शांति। ਅੱਜ ਸਮਰਿਤੀ ਦਿਵਸ 18 ਜਨਵਰੀ ਦਾ ਦਿਨ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵਵਿਦਿਆਲਾ ਵਿੱਚ ਇੱਕ ਸਮਰਿਤੀ ਦਿਵਸ ਦਾ ਮਨਾਇਆ ਜਾਂਦਾ ਹੈ। ਸਮਰਿਤੀ ਦਿਵਸ ਔਰ ਸਮਰਥੀ ਦਿਵਸ, ਕਿਉਂ ਇਹਨੂੰ ਸਮਰਿਤੀ ਦਿਵਸ ਤੋਂ ਸਮਰਥੀ ਦਿਵਸ ਕਹਿੰਦੇ ਹਾਂ? 18 ਜਨਵਰੀ 1969 ਇਹ ਉਹ ਤਰੀਕ ਹੈ ਜਦੋਂ ਪ੍ਰਜਾਪਿਤਾ ਬ੍ਰਹਮਾ ਸਾਕਾਰ ਮਨੁष्य ਸ੍ਰਿਸ਼ਟੀ ਜਿਨਨੇ ਰਚੀ, ਅਰਥਾਤ ਜਿਨ੍ਹਾਂ ਨੇ ਇੱਕ ਨਈ ਸ੍ਰਿਸ਼ਟੀ ਦਾ ਸਿਰਜਣ ਕਰਨ ਵਾਸਤੇ ਆਪਣੇ ਤਿਆਗ, ਤਪੱਸਿਆ, ਸਮਰਪਣਤਾ ਨਾਲ ਇੱਕ ਬਹੁਤ ਵੱਡਾ ਕੰਮ ਸ਼ੁਰੂ ਕਰਤਾ ਸੀ, ਨਵੀਂ ਦੁਨੀਆ ਨੂੰ ਬਣਾਉਣ ਦਾ। ਨਵੀਂ ਦੁਨੀਆ ਯਾਨੀ ਜਿੰਦੇ ਵਿੱਚ ਸਿਰਫ ਦੈਵੀ ਗੁਣ ਹੋਵੇ, ਖੁਸ਼ੀਆਂ ਹੋਵੇ, ਸੁੱਖ ਹੋਵੇ, ਤਾਂ ਉਹ ਸਥਿਤੀ ਸਾਰੀ ਆਤਮਾਵਾਂ ਦੀ ਤਿਆਰ ਕਰਨ ਵਾਸਤੇ ਉਹਨਾਂ ਨੇ ਆਪਣਾ ਸਾਰਾ ਜੀਵਨ ਲਾਤਾ। ਤਾਂ ਉਹਨਾਂ ਦਾ ਥੋੜ੍ਹਾ ਜਿਹਾ ਮੈਂ ਪ੍ਰਕਾਸ਼ ਪਾਵਾਂਗੀ ਉਹਨਾਂ ਦੇ ਜੀਵਨ ਉੱਤੇ ਕਿ ਉਹਨਾਂ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ। ਯਾਨੀ ਅੱਜ ਵੀ ਉਹਨਾਂ ਦੀ ਸਮਰਿਤੀ ਸਾਡੇ ਅੰਦਰ ਸਮਰਥੀ ਭਰ ਦਿੰਦੀ ਹੈ। ਤਾਂ ਸਮਰਿਤੀ ਵਿੱਚ ਸਾਨੂੰ ਕੁਝ ਸਮਰਿਤੀਆਂ ਆ ਰਹੀਆਂ ਕਿ ਉਹਨਾਂ ਦਾ ਸਾਦਾ ਜੀਵਨ, ਦੁਨੀਆ 'ਚ ਤਾਂ ਸੁਣਦੇ ਸੀ ਸਾਦਾ ਜੀਵਨ ਉੱਚ ਵਿਚਾਰ, ਪਰ ਉਹਨਾਂ ਦੇ ਜੀਵਨ 'ਚ ਪ੍ਰੈਕਟੀਕਲ ਅਸੀਂ ਵੇਖਿਆ ਸੀ, ਜਿਹੜਾ ਅੱਜ ਤੱਕ ਸਾਰੇ ਜੀਵਨ ਚਰਿੱਤਰ ਨੂੰ ਸੁਣਿਆ, ਪੜ੍ਹਿਆ, ਤਾਂ ਇੱਕ ਬਹੁਤ ਸੋਹਣੀ ਪਿਕਚਰ ਸਾਡੇ ਸਾਹਮਣੇ ਆ ਜਾਂਦੀ ਹੈ ਕਿ ਬਾਬਾ ਦਾ ਰੀਅਲੀ ਸਾਦਾ ਜੀਵਨ ਉੱਚ ਵਿਚਾਰ ਕਿੱਦਾਂ ਸੀ। ਦੁਨੀਆ ਦੇ ਧਨ ਦੀ ਕੋਈ ਕਮੀ ਨਹੀਂ ਸੀ ਉਹਨਾਂ ਦੇ ਕੋਲ, ਕਿਉਂਕਿ ਜੋਹਰੀ ਦਾ ਵਪਾਰ ਕਰਦੇ ਸੀ, ਜੋਹਰੀ ਦਾ ਵਪਾਰ ਕਰਦੇ ਸੀ ਅਤੇ ਜਵਾਹਰਾਤ ਦਾ ਧੰਦਾ ਬਹੁਤ ਵੱਧ ਚੜ੍ਹ ਕੇ ਦਿਨ ਦੋਗਣੀ ਰਾਤ ਚੌਗਣੀ ਬਹੁਤ ਵਰਿੱਧੀ ਨੂੰ ਪਾਇਆ ਅਤੇ ਕਈ ਸ਼ਹਿਰਾਂ 'ਚ ਆਫਿਸ ਬਣ ਚੁੱਕੇ ਸੀ। ਕਲਕੱਤਾ 'ਚ, ਮੁੰਬਈ 'ਚ, ਸਿੰਧ 'ਚ ਸੀ, ਤਾਂ ਵੀ ਸਾਰੀ ਥਾਵਾਂ 'ਤੇ ਉਹ ਟਰੈਵਲ ਕਰਦੇ ਸੀ ਅਤੇ ਸਾਰੇ ਰਜਵਾੜਾ ਦਾ ਟਾਈਮ ਸੀ। ਤਾਂ ਰਾਜੇ ਰਜਵਾੜੇ ਉਹਨਾਂ ਨੂੰ ਬੜਾ ਪਰਸਨਲੀ ਜਾਣਦੇ ਸੀ ਅਤੇ ਜਿਨ੍ਹਾਂ ਨੂੰ ਵੀ ਆਪਣੇ ਪ੍ਰੈਕਟੀਕਲ ਸੈਂਪਲ ਵਿਖਾਉਣ ਜਾਂਦੇ ਸੀ ਤਾਂ ਉਹਨਾਂ ਦਾ ਜੀਵਨ ਬੜਾ ਪ੍ਰਭਾਵਿਤ ਕਰਦਾ ਸੀ। ਵੱਡੇ ਰਾਜਾਵਾਂ ਉਹਨਾਂ ਨੇ ਵੇਖਿਆ ਅਤੇ ਕਈ ਵਾਰ ਤਾਂ ਉਹਨਾਂ ਦੇ ਮੂੰਹ ਤੋਂ ਇਹ ਨਿਕਲ ਜਾਂਦਾ ਸੀ ਕਿ ਦਾਦਾ ਲੇਖਰਾਜ ਨਾ ਸੀ ਤਾਂ ਬੜੇ ਪਿਆਰ ਨਾਲ ਦਾਦਾ ਬੋਲਦੇ ਸੀ ਕਿ ਦਾਦਾ, ਰੱਬ ਤੋਂ ਕੋਈ ਗਲਤੀ ਹੋ ਗਈ, ਸਾਨੂੰ ਰਾਜਾ ਬਣਾਤਾ ਅਤੇ ਤੁਹਾਨੂੰ ਸਾਹੂਕਾਰ। ਹੁਣ ਸਾਨੂੰ ਸਮਝ ਆਉਂਦਾ ਹੈ ਕਿ ਸੱਚਮੁੱਚ ਬੜੀ ਰਾਇਲਟੀ ਬਾਬਾ ਦੇ ਜੀਵਨ 'ਚ ਸੀ। ਤਾਂ ਉਹ ਰਾਇਲਟੀ ਜਦੋਂ ਉਹਨਾਂ ਦੀ ਸਮਰਿਤੀ ਆਉਂਦੀ ਹੈ ਤਾਂ ਉਹ ਰਾਇਲਟੀ ਯਾਦ ਆਉਂਦੀ ਹੈ ਕਿ ਜਿੱਦਾਂ ਦਾ ਵੀ ਜੀਵਨ ਸੀ, ਇੱਕ ਟਾਈਮ ਇੱਦਾਂ ਆਇਆ ਇਸ ਯੱਗ ਦਾ, ਇਸ ਪਰਿਵਾਰ ਦਾ, ਕਿ ਜਦੋਂ ਉੱਥੋਂ ਸ਼ਿਫਟ ਹੋ ਕੇ ਸਿੰਧ ਤੋਂ ਕਰਾਚੀ ਆਏ ਸੀ ਤਾਂ ਕਰਾਚੀ ਤੋਂ ਸ਼ਿਫਟ ਹੋ ਕੇ 1950 ਦੇ ਬਾਅਦ ਉਹ ਮਾਊਂਟ ਆਬੂ ਆ ਗਏ। ਅਤੇ ਜਦੋਂ ਮਾਊਂਟ ਆਬੂ ਆਏ ਤਾਂ ਉਹਨਾਂ ਨੇ ਜਿਹੜੇ ਛੋਟੀ ਥਾਵਾਂ ਲਿੱਤੀਆਂ ਜਿੱਥੇ ਸਾਰੇ ਰਹਿ ਸਕਣ, 380 ਭਾਈ ਭੈਣ, ਤਾਂ ਉਹਨਾਂ ਨੂੰ ਇੱਕ ਉਸ ਜ਼ਮੀਨ ਨੂੰ ਸਿੰਚਣਾ ਸੀ ਤਪੱਸਿਆ ਨਾਲ, ਪਰ ਉਹਨਾਂ ਦੇ ਰਹਿਣ ਦਾ ਜਿਹੜਾ ਇੰਤਜ਼ਾਮ ਕੀਤਾ ਸੀ, ਉਹ ਸਾਰੀ ਬਿਲਡਿੰਗ ਥੋੜ੍ਹੀ ਕੰਸਟਰਕਸ਼ਨ ਕਰਾਈ, ਉੱਥੋਂ ਸ਼ਿਫਟ ਹੋ ਕੇ ਆਏ। ਉਹ ਸਾਰਾ ਟਰੈਵਲਿੰਗ, ਪੂਰੇ ਜਹਾਜ਼ ਦਾ, ਫਿਰ ਪੂਰੀ ਗੱਡੀ ਬੁੱਕ ਹੋਈ। ਮਤਲਬ 14 ਸਾਲਾਂ 'ਚ ਸਿਰਫ ਕੋਈ ਅਰਨਿੰਗ ਸੋਰਸ ਨਹੀਂ ਸੀ। 14 ਸਾਲਾਂ ਦੇ ਵਿੱਚ ਬਹੁਤ ਸਾਰੇ ਖਰਚੇ ਤਾਂ ਹੋ ਹੀ ਰਹੇ ਸੀ, ਪਰ ਅਰਨਿੰਗ ਸੋਰਸ ਕੋਈ ਵੀ ਨਹੀਂ ਸੀ। ਤਾਂ ਬਾਬਾ ਦਾ ਸਾਰਾ ਪੈਸਾ ਸਾਰਿਆਂ ਦੀ ਪਾਲਣਾ ਵਿੱਚ ਲੱਗਦਾ ਗਿਆ। ਤਾਂ ਜਦੋਂ ਉਹ ਕਰਾਚੀ ਤੋਂ ਸ਼ਿਫਟ ਹੋਏ, ਜਦੋਂ ਪਰਮਾਤਮਾ ਦਾ ਆਰਡਰ ਆਇਆ ਕਿ ਹੁਣ ਭਾਰਤ ਜਾਣਾ ਹੋਏਗਾ, ਕਿਉਂਕਿ 1947 ਦੇ ਦੰਗਿਆਂ ਦੇ ਬਾਅਦ ਇਹ ਸ਼ਿਫਟ, ਇੱਕ ਪਾਰਟੀਸ਼ਨ ਹੋ ਗਿਆ ਅਤੇ ਉਹ ਪਾਕਿਸਤਾਨ ਬਣ ਗਿਆ ਸੀ। ਅਤੇ ਉਹ ਇਲਾਕਾ ਜਦੋਂ ਪਾਕਿਸਤਾਨ ਬਣ ਗਿਆ, ਫਿਰ ਵੀ 3 ਸਾਲ ਉੱਥੇ ਰਹੇ, ਪਰ ਰੱਬ ਨੂੰ ਪਤਾ ਸੀ ਕਿ ਹਜੇ ਬਹੁਤ ਦੇਸ਼ ਵਿਦੇਸ਼ਾਂ 'ਚ ਸੇਵਾ ਕਰਨੀ ਹੈਗੀ ਹੈ। ਤਾਂ ਉਹਨਾਂ ਦਾ ਆਦੇਸ਼ ਸੀ ਕਿ ਹੁਣ ਤੁਹਾਨੂੰ ਭਾਰਤ ਜਾਣਾ ਹੋਏਗਾ। ਉੱਥੋਂ ਭਾਰਤ ਸ਼ਿਫਟ ਹੋਏ ਮਾਊਂਟ ਆਬੂ। ਤਾਂ 1951 'ਚ ਸੰਪੂਰਨ ਰੂਪ ਤੋਂ ਪੂਰੀ ਸੰਸਥਾ ਦਾ ਰੋਲ
51 ਤੋਂ ਮਾਊਂਟ ਆਬੂ 'ਚ ਸ਼ੁਰੂ ਹੋ ਗਿਆ ਅਤੇ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵਵਿਦਿਆਲੇ ਦੇ ਨਾਂ ਤੋਂ ਇਹ ਸੰਸਥਾ ਵਿਧੀਵਤ ਸਾਰੇ ਦੇਸ਼ 'ਚ ਸੇਵਾਵਾਂ ਕਰਨ ਲੱਗੀਆਂ ਅਤੇ ਪੂਰੇ ਦੇਸ਼ 'ਚ ਭਿੰਨ ਸਥਾਨਾਂ 'ਤੇ ਬਾਬਾ ਨੇ 2 ਭੈਣਾਂ ਨੂੰ ਭੇਜਿਆ ਅਤੇ ਸਾਰੇ ਦੇਸ਼ 'ਚ ਇਹ ਲਹਿਰ ਫੈਲ ਗਈ ਅਧਿਆਤਮਿਕਤਾ ਦੀ, ਕਿਉਂਕਿ ਬਾਬਾ ਦਾ ਸਮਰਪਣ ਤਾਂ ਬਾਬਾ ਨੇ ਸੰਪੂਰਨ ਜੀਵਨ ਯਾਨੀ ਤਨ ਮਨ ਧਨ ਸਮੇਂ ਸਾਰੇ ਸੰਬੰਧ ਇਸ ਕਾਰਜ 'ਚ ਸਵਾਹਾ ਕਰਤੇ। ਸਭ ਕੁਝ ਪਰਮਾਤਮਾ ਦੇ ਨਾਲ ਆਤਾ ਅਤੇ ਪਰਮਾਤਮਾ ਨੂੰ ਆਪਣਾ ਜੀਵਨ ਦੇ ਕੇ ਉਹਨਾਂ ਨੇ ਆਪਣੇ ਆਪ ਨੂੰ ਅਮਰ ਕਰਤਾ। ਹੁਣ ਅਸੀਂ ਵੇਖਦੇ ਹਾਂ ਕਿ ਉਹਨਾਂ ਦਾ ਸਮਰਪਣ ਭਾਵ, ਜੇ ਉਸ ਟਾਈਮ ਉਹ ਸਾਰਾ ਸਮਰਪਣ ਨਾ ਕਰਦੇ ਤਾਂ ਸ਼ਾਇਦ ਅੱਜ ਇੰਨੀ ਵੱਡੀ ਫਾਊਂਡੇਸ਼ਨ ਨਾ ਲੱਗਦੀ। ਤਾਂ ਉਹ ਪੱਕੀ ਮਜ਼ਬੂਤ ਫਾਊਂਡੇਸ਼ਨ ਸੀ ਔਰ ਉਹਨਾਂ ਦੇ ਨਾਲ ਉਹਨਾਂ ਦਾ ਚਰਿੱਤਰ ਵੇਖ ਕੇ, ਉਹਨਾਂ ਦਾ ਜੀਵਨ ਵੇਖ ਕੇ, ਉਹਨਾਂ ਦੀ ਸਮਰਪਣਤਾ ਵੇਖ ਕੇ ਕਈ ਭੈਣ ਭਰਾ ਪ੍ਰਭਾਵਿਤ ਹੋਏ ਅਤੇ ਪ੍ਰੇਰਿਤ ਹੋਏ ਅਤੇ ਉਹਨਾਂ ਨੂੰ ਜਦੋਂ ਇਹ ਪ੍ਰੇਰਣਾ ਮਿਲੀ ਤਾਂ ਉਹਨਾਂ ਨੇ ਵੀ ਆਪਣਾ ਤਨ ਮਨ ਧਨ ਲਾਇਆ। ਤਾਂ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਐਗਜ਼ਾਮਪਲ ਬਣੇ ਸੀ ਪ੍ਰਜਾਪਿਤਾ ਬ੍ਰਹਮਾ, ਜਿਨ੍ਹਾਂ ਦੇ ਨਾਂ 'ਤੇ ਅੱਜ ਇਹ ਬ੍ਰਹਮਾ ਕੁਮਾਰੀ ਸੰਸਥਾ ਇੰਨਾ ਕੰਮ ਕਰ ਰਹੀ ਹੈ ਅਤੇ ਇੰਨਾ ਨਾਮ ਹੋਇਆ। ਜੇ ਪ੍ਰਜਾਪਿਤਾ ਬ੍ਰਹਮਾ ਹੀ ਨਾ ਹੁੰਦੇ ਤਾਂ ਸ਼ਾਇਦ ਬ੍ਰਹਮਾ ਕੁਮਾਰੀਜ਼ ਇਹ ਸਾਰੀ ਸੰਸਥਾ ਨਹੀਂ ਹੁੰਦੀ ਸੀ। ਤਾਂ ਅਸੀਂ ਬ੍ਰਹਮਾ ਦੇ ਬੱਚੇ ਹੈਗੇ ਆ, ਬ੍ਰਹਮਾ ਕੁਮਾਰੀ ਅਤੇ ਬ੍ਰਹਮਾ ਕੁਮਾਰ ਕਹਿਣਾ, ਔਰ ਸਾਰੀ ਦੁਨੀਆ ਹੀ ਸੋਚੋ ਤਾਂ ਸਾਰੇ ਕਿਤੇ ਸਾਰੇ ਹੀ ਤਾਂ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਹੋਣ ਦੇ ਨਾਤੇ ਸਾਨੂੰ ਅੱਜ ਦਾ ਦਿਨ ਇਹ ਪ੍ਰੇਰਣਾ ਦਿੰਦਾ ਹੈ ਕਿ ਹੁਣ ਅਸੀਂ ਬਹੁਤ ਅੱਗੇ ਜਾਣਾ ਹੈ ਅਤੇ ਬਹੁਤ ਕੰਮ ਕਰਨੇ ਹੈ। ਜਿਹੜਾ ਕੰਮ ਅੱਜ ਤੋਂ 84 ਸਾਲ ਪਹਿਲਾਂ ਉਹਨਾਂ ਨੇ ਸ਼ੁਰੂ ਕੀਤਾ ਸੀ ਤਾਂ ਉਹ ਕੰਮ ਹਜੇ ਹੋਰ ਅੱਗੇ ਵਧੇਗਾ ਅਤੇ ਸਾਰੇ ਸੰਸਾਰ 'ਚ ਜਦੋਂ ਬ੍ਰਹਮਾ ਬਾਬਾ ਸੀ ਤਾਂ ਇੱਕ ਵਿਜ਼ਨ ਸੀ ਉਹਨਾਂ ਦੇ ਅੰਦਰ ਕਿ ਸਾਰੇ ਸੰਸਾਰ 'ਚ ਗਿਆਨ ਫੈਲੇਗਾ, ਕਿਉਂਕਿ ਪਰਮਾਤਮਾ ਜਿਹੜਾ ਕੁਝ ਉਹਨਾਂ ਨੂੰ ਵਿਖਾਇਆ, ਉਹਨਾਂ ਨੂੰ 3 ਬਹੁਤ ਵੱਡੇ ਵਿਜ਼ਨ ਹੋਏ ਸੀ ਅਤੇ ਉਹ ਸਾਖਸ਼ਾਤਕਾਰਾਂ ਨਾਲ ਉਹਨਾਂ ਦਾ ਜੀਵਨ ਪਰਿਵਰਤਨ ਹੋ ਗਿਆ ਸੀ, ਜਿਹਦੇ 'ਚ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਇਸ਼ਟ ਵਿਸ਼ਨੂੰ ਜੀ ਨੂੰ ਵੇਖਿਆ ਤਾਂ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਸੱਚਮੁੱਚ ਮੇਰੀ ਭਗਤੀ ਪੂਰੀ ਹੋ ਗਈ, ਮੇਰੀ ਭਗਤੀ ਦਾ ਪਰਿਣਾਮ ਮਿਲ ਗਿਆ, ਫਲ ਮਿਲ ਗਿਆ, ਮੈਨੂੰ ਪਰਮਾਤਮਾ ਨੇ, ਰੱਬ ਨੇ ਦਰਸ਼ਨ ਦੇਤੇ। ਪਰ ਫਿਰ ਉਹਨਾਂ ਨੂੰ ਸਾਰੀ ਦੁਨੀਆ ਦਾ ਵਿਨਾਸ਼ ਦਿਸਿਆ ਤਾਂ ਉਹ ਵਿਨਾਸ਼ ਦੇਖ ਕੇ ਉਹ ਅੰਦਰ ਤੱਕ ਵੈਰਾਗੀ ਹੋ ਗਏ ਅਤੇ ਉਹ ਅੰਦਰੂਨੀ ਵੈਰਾਗ ਸੀ ਜਿਹਦੇ ਨਾਲ ਉਹਨਾਂ ਨੇ ਇੱਕ ਬਹੁਤ ਬਹੁਤ ਉੱਚਾ ਵਿਜ਼ਨ ਜਿਹੜਾ ਤੀਜਾ ਵੇਖਿਆ, ਸਾਰੀ ਦੁਨੀਆ ਨੂੰ ਸਵਰਗ ਦੇ ਰੂਪ 'ਚ। ਤਾਂ ਉਹ ਸਵਰਗਿਕ ਨਜ਼ਾਰਾ ਜਦੋਂ ਉਹਨਾਂ ਦੇ ਸਾਹਮਣੇ ਆਇਆ ਅਤੇ ਰੱਬ ਨੇ ਇਹ ਡਾਇਰੈਕਸ਼ਨ ਦਿੱਤੀ, ਇਹ ਦੁਨੀਆ ਤੁਸੀਂ ਬਣਾਉਣੀ ਹੈ। ਇੱਕ ਵਾਰੀ ਉਹ ਸੋਚਣ ਲੱਗੇ ਮੈਂ ਕਿੱਦਾਂ ਬਣਾਊਂਗਾ, ਮੈਂ ਤਾਂ ਕੁਝ ਕਰ ਹੀ ਨਹੀਂ ਸਕਦਾ ਨਾ, ਸਾਰੀ ਦੁਨੀਆ ਨੂੰ ਚੇਂਜ ਮੈਂ ਕਿੱਦਾਂ ਕਰਾਂਗਾ। ਤਾਂ ਉਹਨਾਂ ਦੇ ਅੰਦਰ ਇੱਕ ਅੰਦਰੂਨੀ ਵੈਰਾਗ ਨਾਲ ਇੱਕ ਸਮਰਪਣਤਾ ਆਈ ਕਿ ਰੱਬ ਇਹ ਜਿਹੜਾ ਕੁਛ ਹੈ ਸਭ ਤੇਰਾ ਹੈ, ਤਨ ਮਨ ਧਨ ਸਭ ਤੇਰਾ। ਭਗਤੀ 'ਚ ਸਿਰਫ ਕਹਿੰਦੇ ਸੀ ਪਰ ਉਹਨਾਂ ਨੇ ਪ੍ਰੈਕਟੀਕਲ ਇਹ ਕਰਕੇ ਵਿਖਾਇਆ ਅਤੇ ਉਸ ਦਿਨ ਤੋਂ ਸ਼ੁਰੂਆਤ ਹੋਈ ਇੱਕ ਬਹੁਤ ਸੋਹਣੀ ਦੁਨੀਆ ਦੇ ਨਿਰਮਾਣ ਦੀ। ਇੱਥੇ ਬਾਬਾ ਦਾ ਖੁਦ ਦਾ ਜੀਵਨ ਬਹੁਤ ਪਰਿਵਰਤਨ ਹੋਇਆ ਅਤੇ ਉਹਨਾਂ ਦੇ ਪਰਿਵਰਤਨ ਨਾਲ ਇੱਕ ਬਹੁਤ ਵੱਡਾ ਪਰਿਵਰਤਨ ਸ਼ੁਰੂ ਹੋਇਆ ਸੰਸਾਰ 'ਚ, ਇੱਕ ਰੈਵੋਲਿਊਸ਼ਨ ਚਾਲੂ ਹੋ ਗਈ, ਸ਼ਾਂਤੀ ਦੀ ਕ੍ਰਾਂਤੀ। ਕਿਉਂਕਿ ਇਹ ਬਹੁਤ ਵੱਡੀ ਕ੍ਰਾਂਤੀ ਸੀ ਕਿ ਸ਼ਾਂਤੀ ਨਾਲ ਕਿੰਨੇ ਕੰਮ ਸੌਖੇ ਹੋ ਜਾਂਦੇ ਨੇ। ਘਰ ਗ੍ਰਸਤੀ 'ਚ ਸਾਰਿਆਂ ਨੂੰ ਸੁੱਖ ਸ਼ਾਂਤੀ ਚਾਹੀਦੀ, ਆਪਾਂ ਕਿਸੇ ਵੀ ਫੀਲਡ 'ਚ ਹੋਵੇ, ਸ਼ਾਂਤੀ ਦੀ ਲੋੜ ਕਿਹਨੂੰ ਨਹੀਂ ਹੈ। ਤਾਂ ਇਹ ਮਕਸਦ ਹੱਲ ਕਰਨ ਵਾਸਤੇ ਬਾਬਾ ਨੇ ਆਪਣੇ ਜੀਵਨ ਤੋਂ ਸਿਖਾਇਆ। ਉਹਨਾਂ ਦੇ ਉਸ ਸਰੀਰ 'ਚ ਨੂੰ ਆਧਾਰ ਲੈ ਕੇ ਪਰਮਾਤਮਾ ਨੇ ਜਿਹੜੀ ਬਾਣੀ ਚਲਾਈ, ਉਸ ਬਾਣੀ ਦਾ ਇੱਕ ਇੱਕ ਸ਼ਬਦ ਲੋਕਾਂ ਦੇ ਅੰਦਰ ਬਹੁਤ ਗਹਿਰਾਈ ਤੋਂ ਇੱਕ ਤੀਰ ਵਾਂਗੂ ਲੱਗਦਾ ਗਿਆ ਕਿ ਹੁਣ ਅਸੀਂ ਵੀ ਇਹ ਕਰਨਾ ਹੈ। ਪਰਮਾਤਮਾ ਨੇ ਜਿਹੜੀ ਬਾਣੀ ਉਹਨਾਂ ਦੇ ਮਾਧਿਅਮ ਤੋਂ ਚਲਾਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਸਰੀਰ ਤੁਸੀਂ ਨਹੀਂ, ਇਹ ਸਰੀਰ ਤਾਂ ਮੰਦਿਰ ਹੈਗਾ ਪਰ ਆਤਮਾ ਮੂਰਤੀ ਹੈ। ਕਿੰਨਾ ਸੋਹਣਾ ਵਾਕਿਆ ਹੈਗਾ,
शरीर मंदिर है ते आत्मा मूर्ति है। उस सत्संग 'ਚ ਆ ਕੇ ਬਾਬਾ ਦੇ ਘਰੇ ਇੱਕ ਸਤਸੰਗ ਹੋਣਾ ਸ਼ੁਰੂ ਹੋਇਆ ਸੀ। ਉਸ ਸਤਸੰਗ 'ਚ ਡੇਲੀ ਇੰਨੇ ਲੋਕੀ ਆ ਕੇ ਵੇਖਣ ਲੱਗੇ। ਉਹਨਾਂ ਨੂੰ ਸੋਹਣੇ ਸੋਹਣੇ ਨਜ਼ਾਰੇ ਜਦੋਂ ਵੇਖਣ ਲੱਗੇ ਸੀ ਤਾਂ ਉਹਨਾਂ ਨੇ ਵੇਖਿਆ ਅਤੇ ਸੁਣਿਆ ਅਤੇ ਉਹਨਾਂ ਦੇ ਅੰਦਰ ਇੱਕ ਬਹੁਤ ਵੱਡਾ ਚੇਂਜ ਆਉਣਾ ਸ਼ੁਰੂ ਹੋਇਆ ਕਿ ਸਰੀਰ ਮੰਦਿਰ ਹੈ ਤਾਂ ਮੈਂ ਸਰੀਰ ਨੂੰ ਗੰਦਾ ਕਿਉਂ ਕਰ ਰਿਹਾ। ਸ਼ਰਾਬ ਕਬਾਬ ਇਹ ਸਭ ਤੋਂ ਮੰਦਿਰ ਦੇ ਅੰਦਰ ਤਾਂ ਨਹੀਂ ਚੱਲਦਾ। ਤਾਂ ਸੁਣਨ ਵਾਲਿਆਂ ਦੇ ਅੰਦਰ ਇੰਨੀ ਛੇਤੀ ਪਰਿਵਰਤਨ ਆਉਂਦਾ ਸੀ ਕਿ ਘਰ ਤੱਕ ਜਾਂਦੇ ਜਾਂਦੇ ਉਹ ਸੋਚ ਲੈਂਦੇ ਸੀ ਕਿ ਅੱਜ ਤੋਂ ਬਾਅਦ ਮੈਂ ਮੰਦਿਰ ਨੂੰ ਗੰਦਾ ਨਹੀਂ ਕਰਨਾ। ਇੰਨਾ ਡਰਾਸਟਿਕ ਚੇਂਜ ਵੇਖ ਕੇ ਉਹਨਾਂ ਦੇ ਮਿੱਤਰ ਸੰਬੰਧੀ ਉਹ ਵੀ ਆਉਣ ਲੱਗੇ। ਤਾਂ ਇਸ ਤਰ੍ਹਾਂ ਪਰਿਵਾਰ ਦੇ ਪਰਿਵਾਰ ਸੁਧਰਨ ਲੱਗੇ। ਤਾਂ ਬ੍ਰਹਮਾ ਬਾਬਾ ਦਾ ਖੁਦ ਦਾ ਜੀਵਨ ਇੱਕ ਪ੍ਰਤੱਖ ਪ੍ਰਮਾਣ ਬਣਿਆ। ਤਾਂ ਇਹ ਸੀ ਸਭ ਤੋਂ ਪਹਿਲੀ ਫਾਊਂਡੇਸ਼ਨ। ਖੁਦ ਕਰਕੇ ਸਿਖਾਇਆ, ਖੁਦ ਬਣ ਕੇ ਬਣਾਇਆ। ਤਾਂ ਇਹ ਬਾਬਾ ਦਾ ਜੀਵਨ ਸੀ। ਸਾਦਾ ਜੀਵਨ, ਉੱਚ ਵਿਚਾਰ ਦੀ, ਬਾਬਾ ਦੇ ਨਾਲ ਨਾਲ ਅਨੇਕ ਮਿਸਾਲਾਂ ਖੜੀਆਂ ਹੋਈਆਂ। ਤਾਂ ਜਿਨ੍ਹਾਂ ਦੇ ਨਾਲ ਸਾਰੀ ਦਾਦੀਆਂ, ਜਿਹਨੂੰ ਅੱਜ ਅਸੀਂ ਦਾਦੀਆਂ ਕਹਿੰਦੇ ਨੇ, ਛੋਟੀ ਛੋਟੀ ਉਮਰ 'ਚ ਆਈ ਸੀ, ਪਰ ਉਹ ਕਿੰਨੇ ਵੀ ਰਿਚ ਖਾਨਦਾਨਾਂ ਤੋਂ ਸੀ, ਵੱਡੇ ਵੱਡੇ ਖਾਨਦਾਨ ਤੋਂ ਬਿਲੋਂਗ ਕਰਦੇ ਸੀ, ਪਰ ਸਭ ਤੋਂ ਪਹਿਲਾਂ ਆ ਕੇ ਪਾਠ ਪੜ੍ਹਿਆ ਸਾਦਾ ਜੀਵਨ, ਉੱਚ ਵਿਚਾਰ। ਤੇ ਇਹਦੇ ਨਾਲ ਤਪੱਸਿਆ ਕਿ ਆਪਣੇ ਆਪ ਨੂੰ ਜਿੰਨੀ ਵਾਰ ਆਤਮਾ ਸਮਝੋਗੇ ਤਾਂ ਸਾਰਿਆਂ ਲਈ ਇੱਕ ਭਾਈ ਭਾਈ ਦੀ ਦ੍ਰਿਸ਼ਟੀ ਪੱਕੀ ਹੋ ਜਾਏ ਕਿ ਸਾਡਾ ਪਰਿਵਾਰ ਹੈ, ਵਿਸ਼ਵ ਏਕ ਹੈ ਅਤੇ ਵਿਸ਼ਵ ਮੇਰਾ ਪਰਿਵਾਰ ਹੈ। ਇੱਕ ਤਪ ਸੀ ਕਿ ਗੰਦੀ ਦੁਨੀਆ 'ਚ ਰਹਿ ਕੇ ਵੀ ਸਾਤਵਿਕ ਵਿਚਾਰ ਰੱਖਣੇ। ਸਾਰੀ ਦੁਨੀਆ 'ਚ ਦੁੱਖ ਹੀ ਦੁੱਖ ਹੈ, ਉਹਦੇ ਵਿਚਕਾਰ ਰਹਿੰਦੇ ਵੀ ਮੈਂ ਸੁੱਖ ਸਰੂਪ ਬਣ ਕੇ ਰਵਾਂ ਅਤੇ ਸਾਰਿਆਂ ਨੂੰ ਸਿਰਫ ਸੁੱਖ ਦੇਵਾਂ। ਤਪ ਸੀ ਇਹ। ਤਾਂ ਇੱਦਾਂ ਦਾ ਤਪ ਬਾਬਾ ਨੇ ਆਪਣੇ ਜੀਵਨ ਤੋਂ ਕਰਕੇ ਵਿਖਾਇਆ ਅਤੇ ਉਹ ਤਪੱਸਿਆ ਅੱਜ ਫਲੀਭੂਤ ਹੈ ਅਤੇ ਸਾਰੇ ਸੰਸਾਰ 'ਚ ਇੱਕ ਵਰਲਡ ਵਾਈਡ ਸੰਸਾਰ ਦੀ ਸਭ ਤੋਂ ਵੱਡੀ ਵੂਮਨ ਆਰਗੇਨਾਈਜੇਸ਼ਨ ਬਣੀ। ਬ੍ਰਹਮਾ ਕੁਮਾਰੀਜ਼ ਨਾਮ ਫੇਮਸ ਹੋਇਆ ਸਿਰਫ ਬ੍ਰਹਮਾ ਬਾਬਾ ਦੇ ਤਿਆਗ, ਤਪੱਸਿਆ ਅਤੇ ਸਮਰਪਣਤਾ ਨਾਲ। ਅਤੇ ਅੱਜ ਸ਼ਤ ਸ਼ਤ ਨਮਨ ਹੈ ਉਸ ਸ਼ਖਸੀਅਤ ਨੂੰ ਜਿਨ੍ਹਾਂ ਨੇ ਇਹ ਸਭ ਸਿਖਾਇਆ। ਅਤੇ ਅੱਜ ਅਸੀਂ ਉਹਨਾਂ ਦੀ ਸਮ੍ਰਿਤੀ ਦੇ ਨਾਲ ਨਾਲ ਆਪਣੇ ਅੰਦਰ ਉਹ ਸਮਰਥੀ ਭਰਦੇ ਜਾਈਏ। ਓਮ ਸ਼ਾਂਤੀ।